ਸੋ ਨਾਨਕ ਅਨਾਥ ਨਮੋ ਸਰ। ਤੋ ਸੋ ਨਾਦਾਨੀ ਨਮੋ ਸੋ ਭਿਖਾਰੀ। मेरे हैं अब गुण तू गुण सागर। मेरे हैं अब गुण तू गुण सागर। जात रसात लोट तुहारी। कबीर मोय मरने कचाऊ है। मरो ता हर के द्वार। मत हर पूछे कौन है। फरा हमारे बार। पहला मरण कबूल। जीवन की छड़ आस। हो सबन की रेणुका। तो आओ हमारे पास। हो सबन की रेणुका। तो आओ हमारे पास। मरना कबूल ले जीवन दिया छड़ दे आसा। मरना कबूल है जीवन दिया छड़ दे आसा। कबूल ले जीवन दिया छड़ दे आसा। मरना 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 कबूल है 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 जीवन दिया छड़ दे आसा। 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 जीवन दिया छड़ दे आसा।
ਜੀਵਨ ਦੀਆਂ ਛੱਡ ਦੇ ਆਸਾਂ, 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 ਮਰਨਾ ਕਬੂਲ ਹੈ, ਜੀਵਨ ਦੀਆਂ ਛੱਡ ਦੇ ਆਸਾਂ, ਮਰਨਾ ਕਬੂਲ ਹੈ, ਜੀਵਨ ਦੀਆਂ ਛੱਡ ਦੇ ਆਸਾਂ, ਮਰਨਾ ਕਬੂਲ ਲੈ, 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 ਜੀਵਨ ਦੀਆਂ ਛੱਡ ਦੇ ਆਸਾਂ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਉਹ ਸਭਨ ਕੀ ਦੇ ਪਿਤਾ ਤੋਂ ਆਓ ਹਮਾਰੇ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰ ਜੀ ਨੇ ਮਹਾਨ ਕਿਰਪਾ ਰਹਿਮਤ ਮਿਹਰ ਕੀਤੀ ਹੈ। ਤੋ ਆਪ ਮਾਈ ਭਾਈ ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਹੋ। ਮੇਰੇ ਤੋਂ ਪਹਿਲੇ ਭਾਈ ਗੁਰਜੰਟ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ, ਉਹ ਆਪ ਸਿੱਖ ਸੰਗਤਾਂ ਨੂੰ ਸਤਿਗੁਰਾਂ ਦੇ ਇਤਿਹਾਸ ਨਾਲ ਜੋੜ ਰਹੇ ਸਨ। ਆਓ ਜਿਤਨੇ ਸਮੇਂ ਵਿੱਚ ਆਪਣੇ ਕੋਲ ਭਾਈ ਧਰਮਵੀਰ ਸਿੰਘ ਜੀ ਪਹੁੰਚਦੇ ਹਨ, ਉਤਨਾ ਸਮਾਂ ਆਪਾਂ ਸਤਿਗੁਰ ਦੇ ਪਾਵਨ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਹਨ। ਸਭ ਤੋਂ ਪਹਿਲੇ ਮੈਂ ਵਿਚਾਰਾਂ ਦੀ ਸਾਂਝ ਦੀ ਪ੍ਰਮਤਾ ਕਰਾਂ। ਆਪਾਂ ਸਾਰੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਆਪਸ ਵਿੱਚ ਫਤਿਹ ਦੀ ਸਾਂਝ ਪਾਈਏ। ਜੋ ਕਲਗੀਧਰ ਦਾ ਬਚਨ ਹੈ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਕੋਈ ਰਸਨਾ ਬਾਂਝੀ ਨ ਰਹੇ, ਸਭ ਮਾਈ ਭਾਈ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰਮੁਖੋ, ਆਪ ਜੀ ਇਤਿਹਾਸ ਸ਼ਰਵਣ ਕਰ ਰਹੇ ਸੋ। ਤਕਰੀਬਨ ਭਾਈ ਬਖਸ਼ੀਸ਼ ਸਿੰਘ ਜੀ ਸਾਰੇ ਇਤਿਹਾਸ ਦੀ ਪੰਛੀ ਝਾਤ ਮਾਰ ਗਏ ਹਨ, ਪਰ ਕੁਝ ਨੁਕਤੇ ਦੀਆਂ ਗੱਲਾਂ ਉਹ ਰਹਿ ਜਾਂਦੀਆਂ ਹਨ। ਆਪ ਜੀ ਸ਼ਰਵਣ ਕਰ ਰਹੇ ਸਾਂ। ਪਹਿਲੇ ਆਨੰਦਪੁਰ ਸਾਹਿਬ ਦਾ ਕਿਲਾ ਕਿਉਂ ਤਿਆਗਿਆ? ਭਾਈ ਗੁਰਜੰਟ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ ਨੇ
ਆਪ ਸੰਗਤਾਂ ਦੇ ਨਾਲ ਸਾਂਝ ਪਾਈ ਕਿ ਆਨੰਦਪੁਰ ਦੇ ਵਿੱਚ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਠਾਠ ਬਾਠ ਸੀ ਨਾ, ਉਹ ਪਹਾੜੀ ਰਾਜਿਆਂ ਤੋਂ ਜਰੀ ਨਾ ਗਈ। ਦੇਖੋ ਜੇ ਦਿਨ ਦਾ ਸੰਸਾਰ ਵਧਿਆ ਨਾ, ਮੁੱਢ ਕਦੀਮਾ ਤੋਂ ਇਨਸਾਨ ਦਾ ਇੱਕ ਸੁਭਾਅ ਰਿਹਾ ਹੈ, ਇਹਦੇ ਵਿੱਚ ਈਰਖਾ ਬੜੀ ਹੈ। ਬੰਦਾ ਅੱਜ ਜੇ ਮੈਂ ਗੱਲ ਕਰਾਂ, ਉਹਨਾਂ ਆਪਣੇ ਦੁੱਖ ਕਰਕੇ ਦੁਖੀ ਨਹੀਂ ਜਿੰਨਾ ਦੂਸਰੇ ਦੇ ਸੁੱਖ ਕਰਕੇ ਦੁਖੀ ਹੈ। ਕਿਸੇ ਦਾ ਸੁੱਖ ਕੋਈ ਸਹਿਣ ਨਹੀਂ ਕਰ ਸਕਦਾ, ਇਸ ਕਰਕੇ ਇਨਸਾਨ ਦੁਖੀ ਨਹੀਂ ਕਿ ਮੇਰੇ ਕੋਲ ਸੋਹਣੀ ਕੋਠੀ ਨਹੀਂ, ਮੇਰੇ ਕੋਲੇ ਸੋਹਣੀ ਗੱਡੀ ਨਹੀਂ। ਇਸ ਕਰਕੇ ਵੱਧ ਦੁਖੀ ਹੈ ਵੀ ਗਵਾਂਢੀ ਨੇ ਕਿਉਂ ਖਰੀਦੀ, ਗਵਾਂਢੀ ਕੋਲੇ ਕਿਉਂ ਹੈ। ਕਲਗੀਧਰ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਜਦੋਂ ਆਨੰਦਪੁਰ ਸਾਹਿਬ ਆਏ ਨਾ, 2 ਸਾਲ ਪਿਓ ਪੁੱਤਰ ਇਕੱਠੇ ਆਨੰਦਪੁਰ ਸਾਹਿਬ ਵਿੱਚ ਰਹੇ, ਕਿਉਂਕਿ ਅਗਾਂਹ ਵੀ ਜਿਹੜਾ ਵਿਦਵਾਨ ਆਉਣਾ ਉਹਨੇ ਵੀ ਆਪ ਜੀ ਦੇ ਨਾਲ ਹੀ ਇਤਿਹਾਸ ਸਾਂਝਾ ਕਰਨਾ ਹੈ, ਤੇ ਜੇ ਮੈਂ ਸੁਣਾ ਕੇ ਚਲਿਆ ਗਿਆ ਤੇ ਮਗਰ ਲਾ ਕੇ ਸੁਣਾਏਗਾ। ਇਹ ਗੱਲ ਦਾ ਹਿਸਾਬ ਕਿਤਾਬ ਭਗਤੇ ਨੂੰ ਰੱਖਣਾ ਪੈਂਦਾ। ਇਸ ਲਈ ਜੋ ਨੁਕਤੇ ਇਤਿਹਾਸ ਵਿੱਚੋਂ ਰਹਿ ਗਏ ਨੇ, ਮੈਂ ਉਹ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। 2 ਸਾਲ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਕੱਠੇ ਰਹੇ ਨੇ ਜੀਵਨ ਵਿੱਚ 2 ਸਾਲ। ਪਹਿਲੇ ਅਸਾਮ ਦੇ ਰਾਜਿਆਂ ਦੀ ਜਦੋਂ ਸੁਲ੍ਹਾ ਕਰਾਉਣ ਗਏ ਨਾ ਤੇਗ ਬਹਾਦਰ ਪਾਤਸ਼ਾਹ ਜੀ, ਮਾਤਾ ਗੁਜਰ ਕੌਰ ਜੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਛੱਡ ਗਏ। ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਜੀ ਇੱਕ ਪਾਰ ਪੁੱਤਰ ਨੂੰ ਮਿਲ ਕੇ ਪੰਜਾਬ ਵੱਲ ਆ ਗਏ ਸਨ। 7 ਸਾਲਾਂ ਦੀ ਆਰਬਲਾ ਜਦ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਜੀ ਆਏ। 2 ਸਾਲ ਇਕੱਠੇ ਰਹੇ। 9 ਸਾਲਾਂ ਦੇ ਕਲਗੀਧਰ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਧਰਮ ਬਚਾਉਣ ਦੇ ਲਈ ਦਿੱਲੀ ਵੱਲ ਚਲੇ ਗਏ। ਸਤਿਗੁਰਾਂ ਦੀ ਸ਼ਹਾਦਤ ਹੋਈ। ਦੇਖੋ 9 ਸਾਲ ਦੀ ਉਮਰ ਦੇ ਵਿੱਚ ਆਪਣਾ ਪਿਤਾ ਵਾਰਤਾ। ਗੱਲ ਤੇ ਬੜੀ ਮੁਸ਼ਕਲ ਹੈ। 9 ਸਾਲ ਦੇ ਬੱਚੇ ਨੂੰ ਅੱਜ ਕਿੰਨੀ ਬੁੱਧ ਹੁੰਦੀ ਹੈ, ਕਿੰਨੀ ਅਕਲ ਹੁੰਦੀ ਹੈ, ਕਿੰਨੀ ਕੁ ਸਮੱਤ ਹੁੰਦੀ ਹੈ ਉਹਦੇ ਕੋਲ। 9 ਸਾਲ ਦੀ ਉਮਰ ਵੀ ਆਪਾਂ ਤੱਕੀਏ ਤੇ ਖੇਡਣ ਦੀ ਉਮਰ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੀਵ, ਚੌਥੇ ਪਿਆਰੋ ਪੰਨੀ, ਪੰਜਵੇਂ ਖਾਣ ਪੀਣ ਕੀ ਧਾਤ। ਖੇਡਣ ਦੀਆਂ ਉਮਰਾਂ ਆਉਂਦੀਆਂ ਨੇ। ਕਲਗੀਧਰ ਪਾਤਸ਼ਾਹ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਸੰਭਾਲੀ। ਪਰ ਉਹ ਵਿਚਾਰ ਇੱਥੇ ਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਾਮ ਰਾਏ ਦਾ ਪੁੱਤਰ ਰਤਨ ਰਾਏ ਆਇਆ। ਉਹਨੇ ਕਲਗੀਧਰ ਪਾਤਸ਼ਾਹ ਜੀ ਨੂੰ ਪ੍ਰਸਾਦੀ ਹਾਥੀ, 5 ਕਲਾ ਸ਼ਸਤਰ, ਚੰਦਨ ਦੀ ਚੌਂਕੀ, 1.25 ਲੱਖ ਦਾ ਕੌਲ ਭੇਟ ਕੀਤਾ। ਇੱਥੇ ਸੰਗਤਾਂ ਨੇ ਪਸ਼ਮੀਨੇ ਦੀ ਚਾਨਣੀ 2.5 ਲੱਖ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਭੇਟ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਲਾਮੀ ਖਤਮ ਕਰਨ ਦੇ ਲਈ ਆਏ ਸਨ। ਪਰ ਪਹਾੜੀ ਰਾਜੇ ਉਹ ਨਹੀਂ ਸੀ ਚਾਹੁੰਦੇ, ਕਿਉਂਕਿ ਜਿਸ ਇਨਸਾਨ ਨੂੰ ਗੁਲਾਮੀ ਕਰਨ ਦੀ ਆਦਤ ਪੈ ਜੀ ਨਾ, ਉਹ ਕਦੇ ਅਣਖ ਦੀ ਜ਼ਿੰਦਗੀ ਨਹੀਂ ਜਿਉ ਸਕਦਾ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਾਨਫਰੰਸ ਵੀ ਕੀਤੀ, ਮੀਟਿੰਗ ਵੀ ਕੀਤੀ ਰਵਾਲਸਰ ਦੀ ਧਰਤੀ ਤੇ। ਪਹਾੜੀ ਰਾਜਿਆਂ ਨੂੰ ਸਮਝਾਉਣ ਦੇ ਲਈ, ਓਏ ਛੱਡੋ ਓਏ ਗੁਲਾਮੀ ਦੀਆਂ ਜੰਜੀਰਾਂ ਕੱਟ ਦਿਓ, ਕਿੰਨਾ ਕੁ ਸਮਾਂ ਗੁਲਾਮ ਰਹਿ ਕੇ ਜਿਉਗੇ। ਤੁਸੀਂ ਛਤਰੀਆਂ ਦੇ ਪੁੱਤਰ ਹੋ, ਅਣਖ ਦੀ ਜ਼ਿੰਦਗੀ ਜਿਉ। ਕੁਝ ਕੁ ਕਹਿੰਦੇ ਪਹਾੜੀਏ ਮੰਨ ਵੀ ਗਏ, ਪਰ ਕਹਿੰਦੇ ਜੀ ਸਾਡਾ ਬਾਟਾ ਨਾ ਅੱਡ ਤਿਆਰ ਕਰੋ ਵੱਖਰਾ, ਆ ਛੋਟੀਆਂ ਜਾਤਾਂ ਦੇ ਨਾਲ ਅਸੀਂ ਅੰਮ੍ਰਿਤ ਨਹੀਂ ਛਕਣਾ। ਆ ਜਿਹੜੀਆਂ ਛੋਟੀਆਂ ਜਾਤਾਂ ਤੁਸੀਂ ਇਕੱਠੀਆਂ ਕੀਤੀਆਂ, ਇਹਨਾਂ ਦੇ ਨਾਲ ਨਹੀਂ ਅੰਮ੍ਰਿਤ ਛਕਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਓਏ ਜਾਓ ਜਾਤ ਦੇ ਅਭਿਮਾਨੀਓ, ਹੰਕਾਰਿਓ, ਇਹ ਤੇ ਸਤਿਗੁਰ ਦਾ ਸਿਧਾਂਤ ਹੈ। ਸਾਡੇ ਸਤਿਗੁਰ ਜੀ ਤੇ ਕਹਿੰਦੇ ਨੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉਕਿਆ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ। ਓਏ ਸਤਿਗੁਰ ਦੀ ਬਾਣੀ ਤੇ ਕਹਿੰਦੀ ਹੈ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੌਂਕੁੰਟ ਮਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ। ਜਿਨ੍ਹਾਂ ਨੂੰ ਤੁਸੀਂ ਨਿੱਕੀਆਂ ਜਾਤਾਂ ਕਹਿੰਦੇ ਉਹਨਾਂ ਨੀਵੀਆਂ, ਇਹਨਾਂ ਦੇ ਕਰਕੇ ਤੇ ਮੈਂ ਸਜੇ ਅੱਜ। ਮੈਨੂੰ ਕੌਣ ਜਾਣਦਾ ਸੀ? ਕਹਿੰਦੇ ਤੁਸੀਂ ਕਹਿੰਦੇ ਹੋ ਨਾ ਇਹ ਸੂਦਰ ਨੇ, ਇਹ ਛੋਟੀਆਂ ਜਾਤਾਂ ਵਾਲੇ ਨੇ। ਕਹਿੰਦੇ ਜਾਂ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਸਰਦਾਰ ਹੀ ਮੈਂ ਇਹਨਾਂ ਨੂੰ ਬਣਾਉਣਾ, ਜਿਨ੍ਹਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ, ਇਹਨਾਂ ਨੂੰ ਸਰਦਾਰ ਬਣਾਉਣਾ। ਪਰ ਮਾੜੇ ਭਾਗ ਸਾਡੇ, ਅਸੀਂ ਵੀ ਸਰਦਾਰੀਆਂ ਨਹੀਂ ਅੱਜ ਸਾਂਭ ਸਕਦੇ। ਕਲਗੀਧਰ ਦੀਆਂ ਸਰਦਾਰੀਆਂ ਅਸੀਂ ਵੀ ਰੋਲ ਰਹੇ ਹਾਂ। ਇੱਕ ਵਿਦਵਾਨ ਕਹਿੰਦਾ ਕੁਝ ਹੋਸ਼ ਸੰਭਾਲ ਜਰਾ, ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦਾ ਕੁਝ ਹੋਸ਼ ਸੰਭਾਲ ਜਰਾ, ਸਿੱਖ ਕੌਮ ਦਿਆ ਸਰਦਾਰਾ, 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 ਉੱਠ ਹੋਸ਼ ਸੰਭਾਲ ਜਰਾ, ਸਿੱਖ ਕੌਮ ਦਿਆ ਸਰਦਾਰਾ, ਉੱਠ ਹੋਸ਼ ਸੰਭਾਲ ਜਰਾ, ਸਿੱਖ ਕੌਮ ਦਿਆ ਸਰਦਾਰਾ, 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 ਹੋਸ਼ ਸੰਭਾਲ ਜਰਾ, ਸਿੱਖ ਕੌਮ ਦਿਆ ਸਰਦਾਰਾ। ਉਹ ਕਹਿੰਦੇ ਓਏ ਕੌਮ ਦਿਆ ਸਰਦਾਰਾ ਹੋਸ਼ ਸੰਭਾਲ, ਕਿਉਂ ਸੂਰਤ ਬਦਲੀ ਏ ਮੁਖ ਤੋਂ ਦਾੜੀ ਕੇ ਸਿਕਟਾ ਕੇ, ਸੂਰਤ ਬਦਲੀ ਏ ਮੁਖ ਤੋਂ ਦਾੜੀ ਕੇ ਸਿਕਟਾ ਕੇ, ਕਿਉਂ ਸੂਰਤ ਬਦਲੀ ਏ ਮੁਖ ਤੋਂ ਦਾੜੀ ਕੇ ਸਿਕਟਾ ਕੇ, ਕਿਉਂ ਸੂਰਤ ਬਦਲੀ ਏ ਮੁਖ ਤੋਂ ਦਾੜੀ ਕੇ ਸਿਕਟਾ ਕੇ, ਕਿਉਂ ਸੂਰਤ ਬਦਲੀ
ਬਦਲੀ ਹੈ ਮੁਖ ਤੋਂ ਦਾੜੀ ਕੇਸ ਕਟਾ ਕੇ ਸੂਰਤ ਬਦਲੀ ਹੈ ਮੁਖ ਤੋਂ ਦਾੜੀ ਕੇਸ ਕਟਾ ਕੇ ਸਿੱਖੀ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਲਾਲ ਗਵਾ ਕੇ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਲਾਲ ਗਵਾ ਕੇ ਸਿੱਖੀ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਚੀਜ਼ ਗਵਾ ਕੇ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਚੀਜ਼ ਗਵਾ ਕੇ ਸਿੱਖੀ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਚੀਜ਼ ਗਵਾ ਕੇ ਮਜ਼ਾਕ ਰੀਤੀ ਐ ਕੌਮ ਨੇ ਲੱਖਾਂ ਚੀਜ਼ ਗਵਾ ਕੇ ਅੱਖਾਂ ਮੂੰਦ ਕੇ ਆਪਣੀਆਂ ਅੱਖਾਂ ਮੂੰਦ ਕੇ ਆਪਣੀਆਂ ਦੇਖ ਲੈ ਚੱਲਦਾ ਸੀਸ ਤੇ ਆਰਾ ਮੂੰਦ ਕੇ ਆਪਣੀਆਂ ਦੇਖ ਲੈ ਚੱਲਦਾ ਸੀਸ ਤੇ ਆਰਾ ਮੁੰਦ ਕੇ ਆਪਣੀਆਂ ਵੇਖ ਲੈ ਚੱਲਦਾ ਸੀਸ ਤੇ ਆਰਾ ਮੁੰਦ ਕੇ ਆਪਣੀਆਂ ਵੇਖ ਲੈ ਚੱਲਦਾ ਸੀਸ ਤੇ ਆਰਾ ਮੁੰਦ ਕੇ ਆਪਣੀਆਂ ਵੇਖ ਲੈ ਚੱਲਦਾ ਸੀਸ ਤੇ ਆਰਾ ਮੁੰਦ ਕੇ ਆਪਣੀਆਂ ਵੇਖ ਲੈ ਚੱਲਦਾ ਸੀਸ ਤੇ ਆਰਾ ਕੁਝ ਹੋਸ਼ ਸੰਭਾਲ ਜਰਾ ਸਿੱਖ ਕੌਮ ਦੇ ਸਰਦਾਰਾ ਹੋਸ਼ ਸੰਭਾਲ ਜਰਾ ਸਿੱਖ ਕੌਮ ਦੇ ਸਰਦਾਰਾ ਹੋਸ਼ ਸੰਭਾਲ ਜਰਾ ਇੱਕ ਕੌਮ ਦੇ ਸਰਦਾਰਾ ਹੋਸ਼ ਸੰਭਾਲ ਜਰਾ ਸਿੱਖ ਕੌਮ ਦੇ ਸਰਦਾਰਾ ਹੋਸ਼ ਸੰਭਾਲ ਇੱਕ ਕੌਮ ਦੇ ਸਰਦਾਰਾ ਹੋਸ਼ ਸੰਭਾਲ ਜਰਾ ਸਿੱਖ ਕੌਮ ਦੇ ਸਰਦਾਰਾ ਜਿਹੜੇ ਜਾਤ ਦੇ ਬਮਾਨੀ ਸਨ ਬਾਈ ਧਾਰ ਦੇ ਰਾਜੇ ਸਤਿਗੁਰੂ ਜੀ ਨੇ ਕਿਹਾ ਕਹਿੰਦੇ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਉਹ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਨਾ ਇਹਨਾਂ ਨੂੰ ਮੈਂ ਸਰਦਾਰ ਬਣਾਉਣਾ ਹੈ ਪਰ ਅੱਜ ਸਾਥੋਂ ਸਰਦਾਰੀਆਂ ਸਾਂਭੀਆਂ ਨਹੀਂ ਗਈਆਂ ਉਹ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਹੈ ਰੋਮ ਰੋਮ ਕਰਜ਼ਦਾਰ ਮੇਰਾ ਆ ਤੇਰੀਆਂ ਕੁਰਬਾਨੀਆਂ ਦਾ ਰੋਮ ਰੋਮ ਕਰਜ਼ਦਾਰ ਹੈ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਹੈ ਰੋਮ ਰੋਮ ਕਰਜ਼ਦਾਰ ਸਾਡਾ ਭਾਵੇਂ ਲੱਖਾਂ ਜਨਮ ਅਸੀਂ ਧਾਰ ਲਈਏ ਕਰਜ਼ ਸਕਦੇ ਨਹੀਂ ਉਤਾਰ ਤੇਰਾ ਕਰਜ਼ ਨਹੀਂ ਉਤਾਰ ਸਕਦੇ ਸਾਡੇ ਲਈ ਤੂੰ ਝੱਲੇ ਨੇ ਦੁੱਖ ਦਾਤਾ ਕਿਹਦੇ ਲਈ ਦੁੱਖ ਝੱਲੇ ਕਲਗੀ ਵਾਲੇ ਨੇ ਸਾਡੇ ਲਈ ਸਾਡੇ ਲਈ ਤੂੰ ਝੱਲੇ ਨੇ ਦੁੱਖ ਦਾਤਾ ਤੇ ਸਾਡੇ ਲਈ ਗਿਆ ਪਰਿਵਾਰ ਤੇਰਾ ਜੋਰਾਵਰ ਫਤਿਹ ਸਿੰਘ ਸਾਨੂੰ ਨਹੀਂ ਭੁੱਲਨੇ ਤੇ ਨਹੀਂ ਭੁੱਲਣਾ ਜੀਤ ਜੁਝਾਰ ਤੇਰਾ ਉਹ ਨਹੀਂ ਭੁੱਲਣਾ ਜੀਤ ਜੁਝਾਰ ਤੇਰਾ ਕਲਗੀਆਂ ਵਾਲਿਆ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਕਿਹਦੇ ਲਈ ਕੁਰਬਾਨੀਆਂ ਕੀਤੀਆਂ ਭਾਈ ਗੁਰਜੰਟ ਸਿੰਘ ਜੀ ਗੱਲ ਕਰ ਰਹੇ ਸੀ ਨਸੋਰ ਸੇਠ ਦੌਲਤ ਰਾਏ ਸਤਿਗੁਰਾਂ ਦਾ ਇਤਿਹਾਸ ਲਿਖਿਆ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਆਰਿਆ ਸਮਾਜੀ ਕਹਿਣ ਲੱਗੇ ਓਏ ਤੂੰ ਇਤਿਹਾਸ ਲਿਖਨੇ ਕ੍ਰਿਸ਼ਨ ਦਾ ਲਿਖ ਰਾਮ ਦਾ ਲਿਖ
ਉਹਨਾਂ ਦਾ ਇਤਿਹਾਸ ਲਿਖ ਕਲਗੀਧਰ ਦਾ ਕਿਉਂ ਲਿਖਿਆ ਹੈ? ਕਹਿੰਦਾ ਮੈਂ ਸੋਚਦਾ ਰਹਿੰਦਾ ਸੀ ਕਿਸੇ ਪੂਰੇ ਦਾ ਇਤਿਹਾਸ ਲਿਖਾਂ। ਮੈਂ ਕਹਿੰਦਾ ਰਾਮਾਇਣ ਲਿਖਣ ਲੱਗਿਆ, ਰਾਮ ਦਾ ਇਤਿਹਾਸ ਲਿਖਣ ਲੱਗਿਆ, ਸਾਰੇ ਸਤਿਕਾਰਯੋਗ ਨੇ, ਕੋਈ ਵੀ ਧਰਮ ਦੁਨੀਆ ਤੇ ਮਾੜਾ ਨਹੀਂ। ਕਹਿੰਦਾ ਮੈਂ ਵੀ ਸੋਚਿਆ ਵੀ ਮੈਂ ਰਾਮਚੰਦਰ ਦਾ ਇਤਿਹਾਸ ਲਿਖਣ ਲੱਗਿਆ, ਇਹ ਮੇਰੇ ਬਚਨ ਨਹੀਂ, ਸੇਠ ਦੌਲਤ ਰਾਏ ਦੇ ਬਚਨ। ਮੇਰਾ ਧਿਆਨ ਗਿਆ ਵੀ ਲੜਾਈ ਕਾਹਦੇ ਵਾਸਤੇ ਹੋਈ ਹੈ। ਸਰੂਪਨਖਾ ਦੀ ਨੱਕ ਕੱਟੀ, ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ, ਇਸੇ ਕਾਰਨ ਲੜਾਈ ਹੋਈ। ਮੈਂ ਮਹਾਭਾਰਤ ਦਾ ਇਤਿਹਾਸ ਲਿਖਣ ਲੱਗਿਆ, ਕਹਿੰਦੇ ਮੈਂ ਧਿਆਨ ਮਾਰਿਆ, ਕੌਰਵਾਂ ਪਾਂਡਵਾਂ ਦੀ ਆਪਣੀ ਲੜਾਈ ਸੀ। ਪਹਿਲੇ ਕਹਿੰਦਾ ਜਿੰਨੇ ਵਿਦਵਾਨ ਹੋਏ ਉਹ ਕਹਿੰਦੇ ਲੜਾਈ ਦੇ 3 ਕਾਰਨ ਨੇ, ਜਰ ਜੋਰੂ ਜ਼ਮੀਨ। ਸੇਠ ਦੌਲਤ ਰਾਏ ਕਹਿਣ ਲੱਗਿਆ, ਕਹਿੰਦਾ ਜੇ ਅੱਜ ਹੁੰਦੇ ਨਾ ਮੈਂ ਉਹਨਾਂ ਨੂੰ ਦਿਖਾ ਦਿੰਦਾ, ਓਏ ਕੇਵਲ ਜਰ ਜੋਰੂ ਜ਼ਮੀਨ ਪਿੱਛੇ ਲੜਾਈ ਨਹੀਂ ਹੁੰਦੀ, ਇੱਥੇ ਉਹ ਵੀ ਹਨ ਜਿਹੜੇ ਮਜਲੂਮਾਂ ਦੇ ਲਈ ਲੜੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੱਸੋ ਵੀ ਕਲਗੀਧਰ ਦੀ ਲੜਾਈ ਕਾਹਦੀ ਸੀ ਪਿਆਰਿਓ? ਜਰ ਧਨ ਦੀ, ਜੋਰੂ ਇਸਤਰੀ ਦੀ, ਜ਼ਮੀਨ। ਦੱਸੋ ਕਿਹੜੀ ਜ਼ਮੀਨ ਰੱਖੀ ਕਲਗੀਧਰ ਨੇ? ਇਹ ਤੇ ਸਤਿਗੁਰ ਦਾ ਇਤਿਹਾਸ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੱਦੀ ਦਿੱਤੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ। ਦਾਸ ਦੇ ਨਗਰ ਰਹਿਣ ਦੇ ਵਿੱਚ ਅਸੀਂ ਇਤਿਹਾਸ ਦੀ ਸਾਂਝ ਕਰਦੇ ਹਾਂ ਸੰਗਤਾਂ ਦੇ ਨਾਲ। ਦੇਖੋ ਪਿਆਰਿਓ, ਧਿਆਨ ਮਾਰ ਲਿਓ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਲਹਿਣੇ ਤੋਂ ਅੰਗਦ ਬਣਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਪੁਰਖਾ ਹੁਣ ਇੱਥੇ ਨਹੀਂ ਰਹਿਣਾ, ਕਰਤਾਰਪੁਰ ਤੂੰ ਜਾ ਅੱਗੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਵਸਾਇਆ ਕਿ ਮੋਹ ਨਾ ਰਹਿ ਜਾਵੇ ਕਿਤੇ ਜ਼ਮੀਨ ਦੇ ਨਾਲ, ਮਟੀਰੀਅਲਿਜ਼ਮ ਦੇ ਨਾਲ ਪ੍ਰੇਮ ਨਾ ਬਣ ਜਾਵੇ ਕਿਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੋਤ ਰੱਖੀ, ਕਹਿੰਦੇ ਪੁਰਖਾ ਹੁਣ ਤੂੰ ਅਗਾਂਹ ਜਾ, ਗੋਇੰਦਵਾਲ ਸਾਹਿਬ ਵਸਾਇਆ, ਖਡੂਰ ਸਾਹਿਬ ਤੋਂ ਚਲੇ ਗਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ। ਜੇ ਆਪਾਂ ਇਤਿਹਾਸ ਸਾਂਝਾ ਕਰਦੇ ਰਵਾਂਗੇ ਤੇ ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰਾ ਵਸਾਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਆਨੰਦਪੁਰ ਸਾਹਿਬ ਵਸਾਇਆ। 2200 ਰੁਪਏ ਵਿੱਚ ਜ਼ਮੀਨ ਖਰੀਦੀ ਸੀ ਰਾਜੇ ਦੀਪ ਚੰਦ ਤੋਂ। ਇਹਦੀ ਰਾਣੀ ਦਾ ਨਾਂ ਸੀ ਚੰਪਾ ਰਾਣੀ। ਸਤਿਗੁਰੂ ਜੀ ਨੂੰ ਜ਼ਮੀਨ ਦੇ ਨਾਲ, ਧਨ ਦੌਲਤ ਦੇ ਨਾਲ ਪਿਆਰ ਨਹੀਂ ਸੀ ਪਿਆਰਿਓ। ਜੇ ਕੁਰਬਾਨੀਆਂ ਕੀਤੀਆਂ ਨੇ ਸਤਿਗੁਰੂ ਜੀ ਨੇ ਸਾਡੇ ਲਈ ਕੀਤੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਦੇਣ ਨਹੀਂ ਆਪਾਂ ਦੇ ਸਕਦੇ। ਭਾਈ ਧਾਰ ਦੇ ਰਾਜਿਆਂ ਨੂੰ ਕਿਹਾ, ਕਹਿੰਦੇ ਮੈਂ ਜਾਓ, ਤੁਸੀਂ ਚਲੇ ਜਾਓ, ਤੁਹਾਡੀ ਮੈਨੂੰ ਲੋੜ ਨਹੀਂ। ਉਹਨਾਂ ਨੇ ਵਿਉਂਤ ਇਹ ਬਣਾਈ ਸੀ ਵੀ ਰਵਾਲਸਰ ਦੀ ਧਰਤੀ ਤੇ ਚਾਰੇ ਪਾਸੇ ਪਹਾੜੀਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੰਦੀ ਬਣਾ ਲਾਂਗੇ ਇੱਥੇ। ਪਰ ਉਹਨਾਂ ਦੀ ਗੱਲ ਉਲਟੀ ਰਹੀ। ਉਹ ਜੋ ਸੋਚਦੇ ਸੀ ਉਹ ਗੱਲ ਨਾ ਬਣੀ। ਕਿਉਂ? 6-6 ਫੁੱਟੇ ਜਵਾਨ, ਹੱਥਾਂ ਦੇ ਵਿੱਚ ਤਲਵਾਰਾਂ, ਦੇਖ ਕੇ ਇਹਨਾਂ ਦੇ ਪਹਾੜੀਆਂ ਦੇ ਪੈਰ ਕੰਬ ਗਏ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਫਿਰ ਸਤਿਗੁਰੂ ਜੀ ਦੇ ਨਾਲ ਰਲ ਕੇ ਨਹੀਂ ਚੱਲੇ, ਲੜਾਈਆਂ ਕੀਤੀਆਂ। ਭੰਗਾਣੀ ਦੀ ਜੰਗ ਹੋਈ, ਨਿਰਮੋਹਗੜ੍ਹ ਦੀ ਜੰਗ ਹੋਈ, ਵਿਸਾਲੀ ਦੀ ਜੰਗ ਹੋਈ। ਕੇਸਰੀ ਚੰਦ ਰਾਜੇ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਕਹਿੰਦਾ ਮੈਂ ਦਰਵਾਜ਼ਾ ਤੋੜ ਦੇਣਾ, ਤੁਸੀਂ ਸਾਰੇ ਵਿੱਚ ਦਾਖਲ ਹੋ ਜਿਓ। ਕਲਗੀਧਰ ਨੂੰ ਆਪਾਂ 5 ਮਿੰਟਾਂ ਵਿੱਚ ਹੀ ਪਕੜ ਲੈਣਾ। ਪਰ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਨਾਗਨੀ ਮਾਰੀ। ਕੇਸਰੀ ਚੰਦ ਰਾਜੇ ਦਾ ਸੀਸ ਭਾਈ ਉਹਦੇ ਸਿੰਘ ਨੇ ਧੜ ਤੋਂ ਵੱਖ ਕੀਤਾ। ਇੱਥੇ ਵੀ ਜਿੱਤ ਹੋਈ। ਕਸਮਾਂ ਖਾਧੀਆਂ,
ਆਪ ਜੀ ਇਤਿਹਾਸ ਸ਼ਰਵਣ ਕਰ ਰਹੇ ਸੀ। ਅਨੰਦਪੁਰ ਸਾਹਿਬ ਦੀ ਧਰਤੀ ਤਿਆਗੀ। ਇੱਥੇ ਵੀ ਦੇਖੋ ਇੱਕ ਕਈ ਕਹਿੰਦੇ ਵੀ ਬਹੀਰ ਦੇ ਰੂਪ ਵਿੱਚ ਅਨੰਦਪੁਰ ਸਾਹਿਬ ਛੱਡਿਆ ਨਹੀਂ ਭਾਈ। ਬੜੇ ਤਰੀਕੇ ਦੇ ਨਾਲ ਬੜੀ ਰਣਨੀਤੀ ਦੇ ਨਾਲ ਕਲਗੀਧਰ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸਾਰਿਆਂ ਤੋਂ ਅੱਗੇ ਭਾਈ ਉਦੇ ਸਿੰਘ, ਇਹਦੇ ਨਾਲ 50 ਸਿੰਘ ਸਨ। ਸਾਹੀ ਟਿੱਬੀ ਤੇ ਇਹ 50 ਸਿੰਘਾਂ ਦਾ ਜਥਾ ਲੈ ਕੇ ਗਏ। ਸਰਸਾ ਦੇ ਇੱਕ ਪਾਸੇ ਹੈ ਨਗਰ ਮਾਲਕਪੁਰ ਰੰਗਣਾ। ਇੱਥੇ ਭਾਈ ਬਚਿੱਤਰ ਸਿੰਘ ਜੀ ਮਣੀ ਸਿੰਘ ਦਾ ਸੁਪੁੱਤਰ, ਇਹ 100 ਸਿੰਘ ਦੇ ਜਥੇ ਨਾਲ ਇਸ ਪਾਸੇ ਵੀ ਜੇ ਇਧਰੋਂ ਮੁਗਲ ਚੜ੍ਹਾਈ ਕਰਨਗੇ ਤੇ ਭਾਈ ਬਚਿੱਤਰ ਸਿੰਘ ਜੀ ਤੁਸੀਂ ਰੋਕਣੇ ਨੇ। ਇੱਕ ਪਾਸੇ ਨਗਰ ਸੀ ਚੱਖੀਆਂ ਪਿੰਡ ਦੀ ਜੂਹ ਵਿੱਚ ਭਾਈ ਜੀਵਨ ਸਿੰਘ ਜੀ, ਇਹਦੇ ਨਾਲ ਬੀਬੀ ਭਿੱਖਾ, 100 ਸਿੰਘਾਂ ਦਾ ਜਥਾ ਇਹਨਾਂ ਨਾਲ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮਾਤਾਵਾਂ ਮਾਤਾ ਗੁਜਰ ਕੌਰ ਸਾਹਿਬਜ਼ਾਦੇ, ਇਹ ਵਿਚਾਲੇ ਚੱਲੇ। ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ, ਮਦਨ ਸਿੰਘ, ਕੋਠਾ ਸਿੰਘ, 100 ਸਿੰਘਾਂ ਦਾ ਜਥਾ ਸਭ ਤੋਂ ਪਿੱਛੇ। ਤਕਰੀਬਨ 460 ਦੀ ਗਿਣਤੀ ਵਿਦਵਾਨਾਂ ਨੇ ਕਹੀ ਹੈ, ਕਈ 500 ਦੀ ਗਿਣਤੀ ਕਹਿੰਦੇ ਨੇ। ਤਕਰੀਬਨ 500 ਦੇ ਦਰਮਿਆਨ ਸਿੰਘ ਸਨ। ਇੱਥੇ ਫਿਰ ਸਰਸਾ ਦੇ ਕੰਢੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਸਤਿਗੁਰਾਂ ਦਾ ਪਰਿਵਾਰ ਵਿਛੜ ਗਿਆ। ਆਓ ਗੱਜ ਵੱਜ ਕੇ ਧਾਰ ਨਾ ਪੜਿਓ, ਕੋਈ ਰਸਨਾ ਬਾਂਝੀ ਨਾ ਰਹੇ। ਵਿਛੜ ਗਿਆ ਪਰਿਵਾਰ। ਇੱਥੇ ਕਈ ਧਾਰਨਾ ਪੜਦੇ ਆ, ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ। ਤੇ ਸਿੰਘੋ ਬਾਜਾਂ ਵਾਲਾ ਸਾਡਾ ਕੀ ਲੱਗਦਾ ਸੀ? ਪਿਤਾ। ਇਹਦਾ ਮਤਲਬ ਬਾਜਾਂ ਵਾਲੇ ਦਾ ਵਿਛੜਿਆ, ਸਾਡਾ ਤੇ ਕੁਝ ਨਹੀਂ ਨਾ ਵਿਛੜਿਆ। ਪਰਿਵਾਰ ਕਿਹਦਾ ਸੀ? ਸਾਡਾ। ਕੋ ਸਾਡਾ ਪਰਿਵਾਰ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਉਹ ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਸਾਰੀਆਂ ਸੰਗਤਾਂ ਪੜੋ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ, ਵਿਛੜ ਗਿਆ ਪਰ। ਗੱਜ ਕੇ ਬੋਲੋ, ਗੱਜ ਕੇ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਸਤਿਗੁਰ ਮੇਰੇ ਦਾ। ਜੀ ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ, ਵਿਛੜ ਗਿਆ ਪਰਿਵਾਰ ਸਤਿਗੁਰ ਮੇਰੇ ਦਾ। ਕਲਗੀਧਰ ਦਾ ਸਾਰਾ ਪਰਿਵਾਰ, ਸਾਡਾ ਪਰਿਵਾਰ ਇੱਥੇ ਖੇਰੂ ਖੇਰੂ ਹੋ ਗਿਆ। ਉਹ ਦੁਨੀਆ ਦੇ ਲੋਕ ਵਿਛੜਦੇ ਐ ਮਰ ਕੇ, ਪਰ ਸਾਡਾ ਪਰਿਵਾਰ ਤੇ ਜਿਉਂਦੇ ਹੀ ਵਿਛੜ ਗਿਆ। ਲਾਸਟ ਵਾਰ ਜਦੋਂ ਕੀਰਤਨ ਕੀਤਾ ਸੀ ਨਾ ਇਤਿਹਾਸਾ ਜੀ ਦੀ ਵਾਰ ਦਾ,
ਕਲਗੀਧਰ ਨੇ ਆਪ ਕੀਰਤਨ ਕੀਤਾ, ਆਪ ਕੀਰਤਨ ਕੀਤਾ ਕਲਗੀਧਰ ਨੇ। ਐਸੇ ਪੂਰਨੇ ਪਾ ਕੇ ਗਿਆ ਸਿੰਘੋ। ਓਏ ਨੁਕਤੇ ਦੀ ਗੱਲ ਹੈ, ਯਾਦ ਰੱਖਿਓ, ਕਦੇ ਵੀ ਦੁੱਖ ਦਾ ਸਮਾਂ ਆ ਜਾਵੇ ਨਾ, ਨਿਤਨੇਮ ਤੋਂ ਮੂੰਹ ਨਾ ਵਟਿਓ, ਗੱਜ ਕੇ ਆਖੋ ਸਤਿਨਾਮ। ਨਿਤਨੇਮ ਦੇ ਨਾਲ ਜੁੜੇ ਰਹਿਓ, ਨਿਤਨੇਮ ਦੇ ਨਾਲ ਜੁੜੇ ਰਹਿਓ। ਕਲਗੀਧਰ ਨੁਕਤਾ ਦੱਸ ਕੇ ਗਏ ਨੇ ਇੱਥੇ। ਦੇਖੋ ਨਿਤਨੇਮ ਇਹਨਾਂ ਗੁਰਮੁਖੋ ਸਾਡਾ ਬਾਹਰੀ ਢਾਂਚਾ ਨਹੀਂ ਚੱਲਦਾ। ਜਿਵੇਂ ਸਵੇਰੇ ਕੱਲ ਸ਼ਾਮ ਨੂੰ ਮੈਂ ਇਸੇ ਪ੍ਰਥਾਏ ਗੱਲ ਕੀਤੀ ਸੀ, ਸਰੀਰ ਦਾ ਬਾਹਰੀ ਢਾਂਚਾ ਵੀ ਨਹੀਂ ਨਿਤਨੇਮ ਬਿਨਾਂ ਚੱਲਦਾ, ਅੰਦਰ ਤੇ ਚੱਲਣਾ ਹੀ ਕਿਤੇ। ਜੇ ਭੋਜਨ ਨਾ ਸਕੀਏ ਨਿਤ ਤੇ ਸਰੀਰ ਕਮਜ਼ੋਰ ਹੋ ਜਾਣਾ। ਇਸ਼ਨਾਨ ਆਪਾਂ ਨੂੰ ਰੋਜ਼ ਕਰਨਾ ਪੈਣਾ। ਜੇ ਬਾਲਾਂ ਦੇ ਵਿੱਚ ਕੰਘੀ ਨਾ ਰੋਜ਼ ਕਰੀਏ, ਨਾ ਬਾਈਏ, ਤੇ ਇਹਨਾਂ ਨੇ ਜੁੜ ਜਾਣਾ। ਨਿਤਨੇਮ ਦੀ ਜ਼ਰੂਰਤ ਹੈ। ਜੇ ਬਾਹਰ ਜ਼ਰੂਰਤ ਹੈ ਨਾ, ਜੇ ਬਾਹਰ ਦਾ ਨਿਤਨੇਮ ਛੱਡ ਦੇਗਾ, ਲੰਗਰ ਭੋਜਨ ਛੱਡ ਦੇਵੇਗਾ, ਇਹ ਤਨ ਕਮਜ਼ੋਰ ਹੋ ਜਾਏਗਾ। ਜੇ ਅੰਦਰ ਬਾਣੀ ਨਾ ਪੜੇਗਾ, ਨਾਮ ਨਾ ਜਪੇਗਾ, ਤੇ ਮਨ ਕਮਜ਼ੋਰ ਹੋ ਜਾਏਗਾ, ਆਤਮਾ ਕਮਜ਼ੋਰ ਹੋ ਜਾਏਗੀ। ਫਿਰ ਗੁਲਾਮੀ ਕਰੇਗਾ, ਫਿਰ ਅਣਖ ਦੀ ਜ਼ਿੰਦਗੀ ਨਹੀਂ ਜੀ ਸਕਦਾ। ਕਲਗੀਧਰ ਇੱਥੇ ਨੁਕਤਾ ਦੱਸ ਕੇ ਗਏ ਨੇ। ਇੱਥੋਂ ਸਤਿਗੁਰ ਦਾ ਪਰਿਵਾਰ ਵਿਛੜਿਆ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਤੇਰੇ ਅਣਬਿਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਸਾਡਾ ਪਰਿਵਾਰ ਵਿਛੜ ਗਿਆ ਸਾਰਾ। ਇਥੋਂ ਮਾਤਾ ਗੁਜਰ ਕੌਰ ਸੋਢੇ ਸਾਹਿਬਜ਼ਾਦੇ ਚੌਂਤੇ ਪਿੰਡ ਵੱਲ ਗਏ। ਕਰੀਮ ਬਖਸ਼ ਕੰਮੋ ਮਾਸਕੀ, ਇਹ ਹਿੰਦੂ ਇਜ਼ਮ ਦੇ ਵਿੱਚੋਂ ਕਨਵਰਟ ਹੋਇਆ ਸੀ ਮੁਸਲਮਾਨ ਧਰਮ ਦੇ ਵਿੱਚ। ਮਾਤਾ ਕੌਰ ਮਾਤਾ ਸਾਹਿਬ ਦੇਵਾ ਭਾਈ ਮਣੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ। ਕਲਗੀਧਰ ਪਾਤਸ਼ਾਹ ਇਥੋਂ ਚੱਲ ਕੇ ਕੋਟੜਾ ਨਿਹੰਗ ਖਾਂ, ਜਿਹਦਾ ਪਹਿਲਾ ਨਾਂ ਕੋਟੜਾ ਸੀ, ਨਿਹੰਗ ਖਾਂ ਇਹਨਾਂ ਦੇ ਕੋਲ ਗਏ ਨੇ। ਇੱਥੇ ਸਤਿਗੁਰੂ ਜੀ ਨੂੰ ਪਤਾ ਚੱਲਿਆ ਵੀ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ ਹੈ। ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ। ਭਾਈ ਬਚਿੱਤਰ ਸਿੰਘ ਜੀ ਨੂੰ ਬਾਬਾ ਅਜੀਤ ਸਿੰਘ ਜੀ ਘੋੜੇ ਤੇ ਲੈ ਕੇ ਆਏ। ਇਹ ਨਿਹੰਗ ਖਾਂ ਸੀ ਨਾ ਜਿਹੜਾ, ਇਹਦਾ ਪਰਿਵਾਰ ਸੁਲੇਮਾਨ ਖਾਨ ਅਫਗਾਨ ਵਿੱਚੋਂ ਆਇਆ ਸੀ। ਉਦੋਂਗਾ ਨਰੰਗ ਖਾਨ, ਇਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿੱਖ ਸੀ। ਨਰੰਗ ਖਾਨ ਜੁੜਿਆ ਹੋਇਆ ਸੀ ਸਤਿਗੁਰ ਦੇ ਨਾਲ, ਹੈ ਮੁਸਲਮਾਨ ਸੀ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਬੜਾ ਪ੍ਰੇਮ ਸੀ। ਨਰੰਗ ਖਾਨ ਦਾ ਪੁੱਤਰ ਸੀ ਨਿਹੰਗ ਖਾਂ। ਨਿਹੰਗ ਖਾਂ ਦੀ ਭੈਣ ਸੀ ਜਿਹਦਾ ਨਾਂ ਸੀ ਉਮਰੀ। ਇਹ ਬੱਸੀ ਪਠਾਨਾ ਵਿਆਹੀ ਹੋਈ ਸੀ। ਇਹਦੇ ਪੁੱਤਰ ਸਨ ਗਨੀ ਖਾਂ ਤੇ ਨਬੀ ਖਾਂ, ਜਿਹੜੇ ਉੱਚ ਦਾ ਪੀਰ ਬਣਾ ਕੇ ਸਤਿਗੁਰੂ ਜੀ ਨੂੰ ਇਹਨਾਂ ਨੇ ਲੰਘਾਇਆ ਨਾ। ਇਹ ਬੀਬੀ ਉਮਰੀ ਦੇ ਸੁਪੁੱਤਰ ਸਨ। ਇਹ ਪਰਿਵਾਰ ਬੜਾ ਸਤਿਗੁਰੂ ਜੁੜਿਆ ਹੋਇਆ ਸੀ ਪਰਿਵਾਰ। ਇਹ ਨਿਹੰਗ ਖਾਂ ਦੀ ਲੜਕੀ ਸੀ ਜਿਹਦਾ ਨਾਂ ਸੀ ਮੁਮਤਾਜ। ਇੱਥੇ ਸਤਿਗੁਰੂ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਗਏ। ਕਹਿੰਦੇ ਭਾਈ ਇਹ ਬਚਿੱਤਰ ਸਿੰਘ ਜ਼ਖਮੀ ਹੈ, ਨਿਹੰਗ ਖਾਂ ਤੁਸੀਂ ਇਹਦੀ ਸੇਵਾ ਕਰਨੀ ਹੈ।
ਨਿਹੰਗਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ, ਸਤਿਗੁਰੂ ਜੀ ਤੁਸੀਂ ਜਾਓ ਨਾ ਇੱਥੋਂ, ਜੇ ਤੁਹਾਡੇ ਤੱਕ ਕੋਈ ਆਏਗਾ ਨਾ ਪਹਿਲਾਂ ਮੇਰੀ ਲਾਸ਼ ਉੱਤੋਂ ਦੀ ਉਹਨੂੰ ਲੰਘਣਾ ਪਏਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਨਿਹੰਗ ਖਾਂ ਇਹ ਜੰਗ ਕਰਨ ਦੇ ਲਈ ਜਗ੍ਹਾ ਸਹੀ ਨਹੀਂ ਹੈ। ਇੱਥੋਂ ਸਤਿਗੁਰੂ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਇੱਥੇ ਛੱਡ ਕੇ ਗਏ ਜ਼ਖਮੀ ਨੂੰ, ਤੇ ਨਿਹੰਗ ਖਾਂ ਦੀ ਬੱਚੀ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਨੇ। ਸਰੀਰ ਵਿੱਚ ਜ਼ਖਮ ਬੜੇ ਐ, 15 ਮਿੰਟਾਂ ਬਾਅਦ ਚਾਦਰ ਬਦਲਣੀ ਪੈਂਦੀ ਹੈ, ਖੂਨ ਨਾਲ ਲੱਥ-ਪੱਥ ਹੋ ਜਾਂਦੀ ਹੈ। ਉਸ ਸਮੇਂ ਇੰਨਾ ਡਾਕਟਰੀ ਇਲਾਜ ਨਹੀਂ ਸੀ ਅੱਜ ਵਾਲਾ, ਤੇ ਕਰਵਾ ਵੀ ਨਹੀਂ ਸਕਦੇ ਸੀ, ਕਿਉਂਕਿ ਜ਼ਾਲਮ ਸਿਪਾਹੀ ਉਹ ਪੱਤਾ ਛਾਣ ਰਹੇ ਸਨ। ਇੱਥੇ ਸਤਿਗੁਰੂ ਜੀ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਗਏ। ਬਾਅਦ ਵਿੱਚ ਮੁਗਲ ਫੌਜਾਂ ਆਈਆਂ, ਘਰ ਦੀ ਤਲਾਸ਼ੀ ਲਈ। ਇੱਕ ਕਮਰਾ ਬੰਦ ਹੈ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੀ ਹੈ ਬੀਬੀ ਮੁਮਤਾਜ਼। ਉਹ ਕਹਿਣ ਲੱਗੇ, ਜੀ ਇਸ ਕਮਰੇ ਦੀ ਵੀ ਤਲਾਸ਼ੀ ਲੈਣੀ ਹੈ। ਨਿਹੰਗ ਖਾਨ ਨੇ ਦੋਨੇ ਹੱਥ ਜੋੜੇ, ਕਹਿੰਦਾ ਜੀ ਵੈਸੇ ਤੁਹਾਡੀ ਮਰਜ਼ੀ ਹੈ, ਪਰ ਇਹ ਕਮਰੇ ਦੀ ਮੈਂ ਤਲਾਸ਼ੀ ਨਹੀਂ ਦੇ ਸਕਦਾ। ਕਿਉਂ? ਇਹਦੇ ਵਿੱਚ ਮੇਰੀ ਬੇਟੀ ਉਹਦਾ ਖਾਬੰਦ ਨਹੀਂ। ਸੈਨਿਕਾਂ ਨੇ ਬਿਰਲਾ ਵਿੱਚ ਦੀ ਦੇਖਿਆ, ਯਕੀਨ ਆ ਗਿਆ, ਮੁੜ ਗਏ। ਬਾਅਦ ਦੇ ਵਿੱਚ ਗੁਰਮੁਖੋ ਜਦੋਂ ਬੀਬੀ ਮੁਮਤਾਜ਼ ਜੀ ਦੇ ਨਿਕਾਹ ਦੀ ਗੱਲ ਕੀਤੀ ਨਾ, ਇਹ ਬੱਸੀ ਪਠਾਣਾ ਮੰਗੀ ਹੋਈ ਸੀ। ਇਹਦੀ ਭੂਆ ਉਮਰੀ ਨੇ ਇਹਦਾ ਸਾਕ ਕਰਵਾਇਆ ਸੀ, ਰਿਸ਼ਤਾ ਕਰਵਾਇਆ ਸੀ। ਇਹਦਾ ਰਿਸ਼ਤਾ ਕਰਵਾਇਆ ਸੀ। ਜਦੋਂ ਨਿਕਾਹ ਦੀ ਗੱਲ ਕਰਨ ਲੱਗੇ, ਬੀਬੀ ਮੁਮਤਾਜ਼ ਨੇ ਦੋਨੇ ਹੱਥ ਜੋੜੇ, ਪਿਤਾ ਜੀ ਦੱਸੋ ਕਿ ਇੱਕ ਮੁਸਲਮਾਨ ਧਰਮ ਦੇ ਵਿੱਚ ਬੀਬੀ ਦੂਸਰਾ ਵਿਆਹ ਕਰਾ ਸਕਦੀ ਹੈ, ਨਿਕਾਹ ਕਰਾ ਸਕਦੀ ਹੈ? ਕਹਿੰਦੇ ਨਹੀਂ। ਤੇ ਫਿਰ ਮੇਰਾ ਨਿਕਾਹ ਕਿੱਦਾਂ ਹੋ ਜਾਏਗਾ? ਨਿਹੰਗ ਖਾਂ ਕਹਿਣ ਲੱਗਿਆ, ਧੀਏ ਤੇਰਾ ਨਿਕਾਹ ਤੇ ਹੋਇਆ ਹੀ ਨਹੀਂ, ਇਹ ਕਿਹੜੀਆਂ ਗੱਲਾਂ ਕਰਦੀ ਹੈ? ਬੀਬੀ ਮੁਮਤਾਜ਼ ਕਹਿਣ ਲੱਗੀ, ਪਿਤਾ ਜੀ ਜਿਸ ਦਿਨ ਤੁਸੀਂ ਕਹਿ ਦਿੱਤਾ ਸੀ ਨਾ ਸੈਨਿਕਾਂ ਨੂੰ ਵੀ ਇਸ ਕਮਰੇ ਵਿੱਚ ਮੇਰੀ ਬੇਟੀ ਤੇ ਉਹਦਾ ਖਾਬੰਦ ਹੈ, ਮੈਂ ਉਸੇ ਦਿਨ ਤੋਂ ਮਨ ਮੇਰਾ ਮੈਲਾ ਨਹੀਂ ਸੀ ਹੋਇਆ, ਮੈਂ ਸੇਵਾ ਕਰ ਰਹੀ ਸੀ। ਪਰ ਪਿਤਾ ਜੀ ਤੁਹਾਡੇ ਬਚਨਾਂ ਨੂੰ ਪੱਲੇ ਬੰਨਿਆ, ਮੈਂ ਉਹ ਸਮੇਂ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਜਾਣ ਲਿਆ ਸੀ। ਪਿਤਾ ਜੀ ਇੱਕ ਸ਼ਹੀਦ ਦੀ ਪਤਨੀ ਜੇ ਦੂਸਰਾ ਵਿਆਹ ਕਰਾਵੇ ਨਾ, ਉਹਦੀ ਸ਼ਹਾਦਤ ਰੁਲ ਜਾਂਦੀ ਹੈ। ਮੇਰੇ ਤੇ ਕਿਰਪਾ ਕਰੋ, ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗੇਗਾ, ਤੇ ਹੁਣ ਮੈਂ ਨਿਕਾਹ ਨਹੀਂ ਕਰਾਂਗਾ। ਸਾਰੀ ਜ਼ਿੰਦਗੀ ਕੁਵਾਰੀ ਰਹੀ। ਭਾਈ ਬਚਿੱਤਰ ਸਿੰਘ ਜੀ ਦੀ ਸਥਾਨ ਕੋਲ ਬੀਬੀ ਮੁਮਤਾਜ਼ ਦਾ ਵੀ ਸਥਾਨ ਬਣਿਆ। ਬੀਬੀ ਉਹ ਇੱਥੇ ਗੱਲ ਪੱਲੇ ਬੰਨਣ ਵਾਲੀ ਹੈ। ਦੇਖੋ ਇੱਕ ਬੀਬੀ ਉਹ ਸੀ ਮੁਮਤਾਜ਼। ਪਿਤਾ ਨੇ ਕਿਹਾ ਸੀ ਨਾ ਕਿ ਕਮਰੇ ਵਿੱਚ ਮੇਰੀ ਧੀ ਤੇ ਉਹਦਾ ਖਾਬੰਦ ਹੈ। ਸਾਰੀ ਜ਼ਿੰਦਗੀ ਆਪਣੇ ਪਿਤਾ ਦੇ ਬਚਨ ਨੂੰ ਪਾਲਿਆ, ਤੇ ਸਾਡਾ ਵੀ ਫਰਜ਼ ਬਣਦਾ ਹੈ। ਉਹ ਵੀ ਕਲਗੀਧਰ ਦੀ ਧੀ ਸੀ, ਤੁਸੀਂ ਵੀ ਕਲਗੀਧਰ ਦੀਆਂ ਧੀਆਂ। ਸਾਡਾ ਫਰਜ਼ ਬਣਦਾ, ਜੇ ਉਹ ਬੀਬੀ ਬਚਨ ਪੁਗਾ ਸਕਦੀ ਹੈ ਤੇ ਸਾਨੂੰ ਵੀ ਆਪਣੇ ਪਿਤਾ ਦੇ ਬਚਨ ਪੁਗਾਉਣੇ ਚਾਹੀਦੇ। ਇਤੋਂ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚ ਪਹੁੰਚੇ ਨੇ। ਇਧਰੋਂ ਭਾਈ ਬਚਿੱਤਰ ਸਿੰਘ ਜੀ
ਉਹ ਸਰੀਰ ਦਾ ਤਿਆਗ ਕਰ ਗਏ ਨੇ, ਸ਼ਹੀਦੀ ਪ੍ਰਾਪਤ ਕਰ ਗਏ ਨੇ। ਸਮਾਂ ਆਪਣੇ ਕੋਲੇ ਥੋੜਾ, ਇੱਥੇ ਦੋ ਮਿਸਤਰੀ ਸਿੰਘਾਂ ਨੇ ਨਾਲ ਰਲ ਕੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਵੀ ਕਰਵਾਇਆ। ਕਲਗੀਧਰ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚ ਪਹੁੰਚੇ ਨਾ, ਚਮਕੌਰ ਦੀ ਗੜੀ ਇਹ ਬੁੱਧੀ ਚੰਦ ਰਾਵਤ, ਗਰੀਬ ਚੰਦ ਰਾਵਤ ਦੋ ਭਰਾਵਾਂ ਦੀ ਗੜੀ ਸੀ। ਇੱਕ ਕੱਚੀ ਹਵੇਲੀ ਸੀ। ਕਹਿੰਦੇ ਬੁੱਧੀ ਚੰਦ ਰਾਵਤ, ਗਰੀਬ ਚੰਦ ਰਾਵਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਤਿਗੁਰੂ ਜੀ ਸਾਡੇ ਘਰ ਚੱਲੋ, ਤੁਹਾਡੇ ਤੱਕ ਜੇ ਕੋਈ ਆਏਗਾ ਤੇ ਸਾਡੀਆਂ ਲਾਸ਼ਾਂ ਉੱਤੋਂ ਦੀ ਲੰਘ ਕੇ ਆਏਗਾ। ਜਿਨ੍ਹਾਂ ਦਾ ਪ੍ਰੇਮ ਸੀ ਨਾ ਕਲਗੀਧਰ ਪਾਤਸ਼ਾਹ ਦੇ ਨਾਲ, ਉਹ ਵੀ ਮੁਸਲਮਾਨ ਨੇ, ਪਠਾੜੀ ਰਾਜੇ ਨੇ, ਹਿੰਦੂ ਨੇ, ਜਿਨ੍ਹਾਂ ਨੇ ਕਸਮਾਂ ਤੋੜੀਆਂ, ਜਿਹੜੇ ਕਲਗੀਧਰ ਦੇ ਜਾਨ ਦੇ ਦੁਸ਼ਮਣ ਬਣੇ ਐ। ਤੇ ਮੁਸਲਮਾਨ ਇਹ ਵੀ ਨੇ ਜਿਹੜੇ ਕਹਿੰਦੇ ਤੁਹਾਡੇ ਤੱਕ ਜੇ ਕੋਈ ਪਹੁੰਚੇਗਾ ਤੇ ਸਾਡੀਆਂ ਲਾਸ਼ਾਂ ਤੋਂ ਦੀ ਲੰਘ ਕੇ ਆਏਗਾ। ਪਰ ਜਿਨ੍ਹਾਂ ਨੂੰ ਪਛਾਣ ਆਉਂਦੀ ਹੈ ਨਾ, ਗੱਲ ਉਹਨਾਂ ਦੀ ਬਣਦੀ ਹੈ। ਕਲਗੀਧਰ ਦੀ ਪਛਾਣ ਸਾਨੂੰ ਵੀ ਨਹੀਂ ਆਈ। ਬੁਰਾ ਨਾ ਮੰਨਿਓ, ਆਪਾਂ ਵੀ ਕਲਗੀਧਰ ਤੋਂ ਦੂਰ ਜਾ ਰਹੇ ਹਾਂ। ਉਹ ਜਿਹਦਾ ਰਹਿਬਰ ਐਡਾ ਵੱਡਾ ਹੋਵੇ ਨਾ, ਜਾਂ ਕਾ ਠਾਕੁਰ ਉੱਚਾ ਹੋਈ। ਕਹਿੰਦੇ ਜਿਹਦਾ ਠਾਕੁਰ ਉੱਚਾ ਹੈ ਨਾ, ਸੋ ਜਨ ਪਰ ਕਰ ਜਾਤ ਨਾ ਸੋਹੀ। ਉਹ ਹੋਰ ਜਗ੍ਹਾ ਤੇ ਜਾਂਦਾ ਸੋਹਦਾ ਨਹੀਂ। ਗੁਰਮੁਖੋ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਠਾਕੁਰ ਐਡਾ ਵੱਡਾ ਉੱਚਾ ਹੈ। ਓਏ ਸਾਡੇ ਧਰਮ ਦੇ ਲੋਕਾਂ ਨੇ ਤੇ ਕਹਿਣਾ ਹੀ ਹੈ, ਇੱਥੇ ਤੇ ਮੁਸਲਮਾਨ ਵੀ ਕਹਿੰਦੇ ਨੇ, ਅੱਲਾ ਜੋਗੀ ਯਾਰ ਖਾਂ ਵੀ ਕਹਿੰਦਾ ਹੈ, करतार की सुगंध है नानक की कसम है। जितनी भी तारीफ हो गुरु गोबिंद सिंह की वो कम है। ऋषिया कहते जिन्नी भी तारीफ गुरु गोबिंद सिंह साहब जी महाराज होवे ना दी होवे ना उन्नी कम है। सत्कारयोग बाबा जी पहुंच चुके ने, क्योंकि ता करके मैं इतिहास अगाह नहीं सुनाया भी गढ़ी तक इतिहास लेके आए हैं। बाबा जी तुहाडे नाल इत्थों सांझ करनगे। आओ गज बज के सारिਆਂ ने धारना विच बोलना है। कोई रसना वांझी ना रहे। जिन्ने भी गुरमुख प्यारे पहुंचे हो लाट धारना पढ़नी है, समाप्ति बल जाना है। बाबा जी का बहुत बहुत धन्यवाद है जो बड़ी दूरों चल के आए हैं, तां करके कुछ लेट भी हो गए ने। आओ लाट धारना पढ़ के मैं बहुता समा नहीं लेना। सारिया संगतां ने गज बज के बोलना है। धन गुरु गोबिंद सिंह साहब जी महाराज की देन गुरमुखो, उन्हां दी कोई रीस नहीं कर सकता। सतगुरु जी ने साडे लई सारा सरबंस वारता। ऐसे सतगुरां तो बलिहारे जाना चाहिए। साडे लई सतगुरु जी ने कुर्बानियां कीतियां। जे मैं गिना ते गिने नहीं जाने, पर उपकार गुरां दे। जे मैं गिना ते गिने ना जाने, पर उपकार गुरां दे। उपकार गुरां दे। जे मैं गिना ते गिने ना जांदे, पर उपकार गुरां दे। जे मैं गिना ते गिने ना जांदे, पर उपकार गुरां दे। जे मैं गिना ते गिने ना जांदे, पर उपकार गुरां दे। जे मैं गिना ते गिने ना जांदे, पर उपकार गुरां दे।
ਤੇ ਗਿਣੇ ਨਾ ਜਾਂਦੇ ਹਰ ਉਪਕਾਰ ਗੁਰਾਂ ਦੇ ਜੇ ਮੈਂ ਗਿਣਾ ਤੇ ਗਿਣੇ ਨਾ ਜਾਂਦੇ ਹਰ ਉਪਕਾਰ ਗੁਰਾਂ ਦੇ ਗਿਣਾ ਤੇ ਗਿਣੇ ਨਾ ਜਾਂਦੇ ਹਰ ਉਪਕਾਰ ਗੁਰਾਂ ਦੇ ਜੇ ਮੈਂ ਗਿਣਾ ਤੇ ਗਿਣੇ ਨਾ ਜਾਂਦੇ ਹਰ ਉਪਕਾਰ ਗੁਰਾਂ ਦੇ ਜੇ ਮੈਂ ਗਿਣਾ ਤੇ ਗਿਣੇ ਨਾ ਜਾਂਦੇ ਹਰ ਉਪਕਾਰ ਗੁਰਾਂ ਦੇ ਹਰ ਜੀ ਹਰ ਉਪਕਾਰ ਗੁਰਾਂ ਦੇ ਮੇਰੇ ਪਿਆਰੇ ਪਰ ਉਪਕਾਰ ਗੁਰਾਂ ਦੇ ਪਾਰੇ ਉਪਕਾਰ ਗੁਰਾਂ ਦੇ ਪਾਰੇ ਉਪਕਾਰ ਗੁਰਾਂ ਦੇ ਪਾਰੇ ਉਪਕਾਰ ਗੁਰਾਂ ਦੇ ਯਾਰੇ ਜੀ ਪਾਰੇ ਉਪਕਾਰ ਗੁਰਾਂ ਦੇ ਕਲੰਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਨਹੀਂ ਹਿਸਾਬ ਕੋਈ ਨਹੀਂ ਕਿਤਾਬ ਕੋਈ ਉਟਾ ਸਿੱਖੀ ਦਾ ਜਗਤ ਵਿੱਚ ਆ ਗਇਓ ਤੂੰ ਜਿਹਦੇ ਵਰਗਾ ਨ ਹੋਰ ਗੁਲਾਬ ਕੋਈ ਬਖਸ਼ ਗਏ ਜੋ ਸਿੱਖੀ ਬਖਸ਼ ਗਇਓ ਸਰਦਾਰੀ ਜੋ ਖਾਲਸੇ ਨੂੰ ਉਸ ਜਿਹਾ ਨ ਹੋਰ ਕਿਤਾਬ ਕੋਈ ਸੋ ਆਓ ਬਾਬਾ ਧਰਮਵੀਰ ਸਿੰਘ ਜੀ ਆਪ ਜੀ ਦੇ ਨਾਲ ਗੁਰ ਇਤਿਹਾਸ ਵਿਚਾਰਾਂ ਦੀ ਸਾਂਝ ਪਾਉਣਗੇ। ਬੋਲਦਿਆਂ ਤੋਂ ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਗੱਜ ਵੱਜ ਕੇ ਆਪਸ ਵਿੱਚ ਫਤਿਹ ਦੀ ਸਾਂਝ ਪਾਈ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।